इस वेले बैठ के सिमरन करिए तो जरा बिरती बहुत ही छेती लग जाए है बड़ा चंगा। पर अजकल तो अमृत वेले दे नाल ओ इन्हां बेइंसाफी की लोगों ने। अमृत वेले लाउड स्पीकर ला छड़ते ने, तनखाहदार उत्थे भाई हुंदे ने गुरुद्वारियां विच, ਉਹ ਆਂਦਾ ਐਸ ਗੁਰਦੁਆਰੇ ਆਓ ਤੇ ਗੁਰੂ ਦੀਆਂ ਖੁਸ਼ੀਆਂ ਹੁੰਦੀਆਂ ਨੇ, ਦੂਜਾ ਆਂਦਾ ਐਸ ਗੁਰਦੁਆਰੇ ਪਤਾ ਨਹੀਂ ਕਿਹੜੇ ਗੁਰਦੁਆਰੇ ਗਿਆ ਗੁਰੂ ਦੀਆਂ ਖੁਸ਼ੀਆਂ ਹੁੰਦੀਆਂ ਨੇ ਤੇ ਕਿਹੜੇ ਗੁਰਦੁਆਰਿਆਂ ਗਿਆ ਨਹੀਂ ਹੁੰਦੀਆਂ ਖੁਸ਼ੀਆਂ। ਅੰਮ੍ਰਿਤ ਵੇਲੇ ਜਿੱਥੇ ਟਿਕਾ ਕੇ ਸਿਮਰਨ ਕਰਨਾ ਸੀ ਉੱਥੇ ਐਸਾ ਸ਼ੋਰ ਸ਼ਰਾਬਾ ਪਿਆ ਹੁੰਦਾ ਕਿ ਬਿਰਤੀ ਲੱਗਦੀ ਨਹੀਂ। ਉਹਨਾਂ ਨੂੰ ਹੀ ਪਤਾ ਹੁੰਦਾ ਕਿ ਕੋਈ ਕੋਲ ਬਿਰਤੀ ਲਾ ਕੇ ਬੈਠਾ ਹੈ ਜਾਂ ਕੋਈ ਕੋਲ ਪੜਨ ਡਿਆ ਹੈ ਜਾਂ ਕੋਈ ਕੋਲ ਬਿਮਾਰ ਹੈ ਜਾਂ ਕੋਈ ਦੁਖਿਆ ਜਿਸ ਨੂੰ ਡਾਕਟਰ ਨੇ ਮਨਾ ਕੀਤਾ ਵੀ ਤੂੰ ਰੌਲੇ ਰੱਪੇ ਵਿੱਚ ਨਹੀਂ ਜਾਣਾ। ਸੋ ਅੰਮ੍ਰਿਤ ਵੇਲਾ ਹੈ ਬੜੀ ਚੰਗੀ ਚੀਜ਼। ਤੁਸੀਂ ਇਸ ਵਕਤ ਆਪ ਵੇਖ ਲਓ, ਕਿਸੇ ਵੱਲ ਖਿਆਲ ਨਾ ਕਰੋ। ਇਸ਼ਨਾਨ ਪਾਣੀ ਕਰਕੇ ਸਿਮਰਨ ਕੀਤਾ, ਕੀਰਤਨ ਸੁਣਿਆ, ਸਤਿਗੁਰਾਂ ਦੇ ਦਰਸ਼ਨ ਕੀਤੇ ਨੇ। ਹੁਣ ਇਸ ਵਕਤ ਆਪਣੇ ਮਨ ਦੀ ਬਿਰਤੀ ਦਾ ਤੁਸੀਂ ਟਿਕਾ ਦਾ ਵੇਖੋ ਕਿੰਨਾ ਤੁਹਾਡਾ ਫਰਕ ਹੈ। ਤੇ ਜਦੋਂ ਅਸੀਂ ਇੱਥੋਂ ਉੱਠ ਕੇ ਤੁਰ ਜਾਾਂਗੇ ਫਿਰ ਇਸੇ ਬਿਰਤੀ ਦਾ ਆਪੋ ਵਿੱਚ ਤੁਸੀਂ ਮੁਕਾਬਲਾ ਕਰ ਦਿਓ ਕਿ ਫਿਰ ਸਾਡੀ ਬਿਰਤੀ 'ਚ ਕਿੰਨਾ ਫਰਕ ਪੈ ਜਾਏ। ਜਿਸ ਤਰ੍ਹਾਂ ਇਸ ਵਕਤ ਬਿਰਤੀ ਹੈ, ਜੇ ਇਸੇ ਤਰ੍ਹਾਂ ਹੀ ਸਾਡੀ ਸਦਾ ਬਿਰਤੀ ਰਹਿ ਤੇ ਸਮਝੀ ਝਗੜੇ ਹੀ ਮੁੱਕ ਜਾਂਦੇ। ਹੁਣ ਤੇ ਲਾਊਡ ਸਪੀਕਰ ਨੇ, ਪਹਿਲਾਂ ਨਹੀਂ ਸਾਡੇ ਇਹ ਗੱਲਾਂ ਹੁੰਦੀਆਂ। ਪਹਿਲਾਂ ਕੀ ਹੁੰਦਾ ਸੀ, ਉਹ ਗੁੱਠ ਵਿੱਚ ਇੱਕ ਸਮਝੋ ਨਗਾਰਾ ਪਿਆ ਜਿਹਨੂੰ ਮਲੂਕ ਸਿੰਘ ਰੋਜ਼ ਚੰਗੀ ਤਰ੍ਹਾਂ ਸਮਝੋ ਕੁੱਟਦੇ ਨੇ। ਉਹਦਾ ਮਤਲਬ ਕੀ ਹੈ, ਲੋਕੀ ਸੁਣ ਕੇ ਆ ਜਾਣ, 2 ਮਿੰਟ ਜਾਂ 3 ਮਿੰਟ ਇਸ ਨੂੰ ਵਜਾ ਲੈਂਦੇ ਹੋਣਗੇ। ਮੰਦਰਾਂ ਵਿੱਚ ਟੱਲੀਆਂ ਖੜਕਦੀਆਂ ਸਨ, ਮਸੀਤਾਂ ਵਿੱਚ ਬਾਗਾਂ ਦਿੱਤੀਆਂ ਜਾਂਦੀਆਂ ਸਨ, ਗੁਰਦੁਆਰਿਆਂ ਵਿੱਚ ਤਮਸੇ ਖੜਕਦੇ ਸਨ, ਸਿਰਫ ਇਸ ਵਾਸਤੇ ਲੋਕਾਂ ਨੂੰ ਆਖਣਾ ਵੀ ਆ ਜਾਓ 2 ਮਿੰਟ। ਉਹ ਜਿਹੜਾ ਸੁੱਤਾ ਉਹ ਵੀ ਛੇਤੀ ਨਾਲ ਜਾਗ ਪਿਆ, ਜਿਹੜਾ ਕੰਮ ਕਰਨ ਡਿਆ ਛੇਤੀ ਛੇਤੀ ਆ ਜਾਏ, ਕੰਮ ਸਮੇਟ ਕੇ ਉਹ ਫਿਰ ਬੱਸ ਹੋ ਜਾਂਦਾ ਸੀ। ਫੇਰ ਨਹੀਂ ਸੀ ਉਹ ਕੁੱਟੇ ਜਾਂਦੇ ਉਹ ਜਿਹੜੇ ਸਾਜ਼ ਸਨ। ਫਿਰ ਉਹ ਅੰਮ੍ਰਿਤ ਵੇਲੇ ਆ ਕੇ ਗੁਰਦੁਆਰਿਆਂ 'ਚ ਬਹਿ ਕੇ ਜਾਂ ਆਪਣੇ ਘਰ ਵੀ ਬਹਿ ਕੇ ਤੇ ਸਿਮਰਨ ਕਰਿਆ ਕਰਦਾ ਸੀ। ਹੁਣ ਮੈਂ ਤੁਰਿਆ ਆਉਂਦਾ ਸਾਂ, ਮੈਂ ਕਿਹਾ ਧੰਨ ਸਤਿਗੁਰ ਹੈ। 3-4 ਬੱਚੇ ਛੋਟੇ ਛੋਟੇ ਜਿਹੜੇ ਸਣੇ ਕੇਸੀ ਇਸ਼ਨਾਨ ਕੀਤੇ ਹੋਏ ਤੇ ਉਹ ਪਰਲੇ ਪਾਸੇ ਨੂੰ ਤੁਰੇ ਜਾਂਦੇ ਹਨ। ਮੈਂ ਕਿਹਾ ਇਹ ਸਤਿਗੁਰਾਂ ਦੀ ਕਿਰਪਾ ਨਾਲ ਜਿਹੜੇ ਛੋਟੇ ਛੋਟੇ ਬੱਚੇ ਵੀ ਆ 4 ਵਜੇ ਉੱਠ ਕੇ ਇਸ਼ਨਾਨ ਕਰ ਲੈਂਦੇ ਹਨ। ਮਾਈਆਂ ਬੀਬੀਆਂ ਸਾਰੇ ਗੁਰਦੁਆਰੇ ਧਰਮ ਸਥਾਨਾਂ ਵਿੱਚ ਚਲੇ ਜਾਂਦੇ ਹਨ। ਜਦੋਂ ਧਰਮ ਸਥਾਨਾਂ ਵਿੱਚ ਜਾਈਦਾ ਉੱਥੇ ਫਿਰ ਬੜਾ ਸੋਹਣਾ ਕੀਰਤਨ ਕਰਦੇ ਨੇ, ਜਿਸ ਤਰ੍ਹਾਂ ਹੁਣ ਰਾਗੀ ਕਰਨ ਡਾਵੇ ਸਨ। ਉੱਥੇ ਫਿਰ ਗੁਰਮੁਖ ਪਿਆਰੇ ਕਥਾ ਬੜੀ ਸੋਹਣੀ ਕਰਦੇ ਨੇ, ਬੜੇ ਬੜੇ ਸੋਹਣੇ ਪ੍ਰਮਾਣ ਦੇ ਕੇ ਤੇ ਗ੍ਰੰਥਾਂ ਤੇ ਵੇਦਾਂ ਵਿੱਚੋਂ ਬੜੇ ਬੜੇ ਚੰਗੀਆਂ ਸਾਖੀਆਂ ਤੇ ਗੱਲਾਂ ਸੁਣਾਉਂਦੇ ਹਨ। ਤੇ ਮਾਲਾ ਫੇਰਦਿਆਂ ਨੂੰ ਉੱਥੇ ਬਹਿ ਕੇ ਤੇ ਬੜੀ ਬਿਰਤੀ ਲੱਗੀ ਹੋਈ ਹੈ। ਉਹਨਾਂ ਨੂੰ ਜਾ ਕੇ ਜਦੋਂ ਵੇਖੀਦਾ ਨਾ ਤੇ ਫਿਰ ਮਨ ਵਿੱਚ ਆਉਂਦਾ ਵਾਹ ਭਾਈ ਵਾਹ, ਇਹ ਤੇ ਸਤਿਜੋਗ ਹੀ ਲੱਗਾ ਹੈ। ਇੱਥੇ ਕਿਤੇ ਕੂੜ ਕਪੜ ਦਾ ਨਾਂ ਹੀ ਨਹੀਂ ਹੋਣਾ, ਇੱਥੇ ਤੇ ਬਦਨੀਤੀ ਗੱਲ ਹੀ ਨਹੀਂ ਹੁੰਦੀ ਕਿਤੇ। ਇਹ ਤੇ ਬੜਾ ਹੀ ਸਮਝੋ ਚੰਗਾ ਥਾਂ ਹੈ, ਮਨ ਆਨੰਦ ਹੁੰਦਾ। ਪਰ ਅਫਸੋਸ ਉਦੋਂ ਹੁੰਦਾ ਜਦੋਂ ਇੱਥੋਂ ਚਲੇ ਜਾਂਦੇ ਹਨ, ਇਹਨਾਂ ਦੇ ਵਿਹਾਰਾਂ ਵੱਲ ਤੱਕਿਆ ਜਾਂਦਾ ਨਾ ਤੇ ਫਿਰ ਬਿਲਕੁਲ ਇਸ ਦੇ ਉਲਟ ਕੰਮ ਨਿਕਲਦਾ। ਆਚਰਨ ਡਿੱਗੇ ਹੋਏ, ਹਿਰਦੇ ਵਿੱਚ ਕਪਟ, ਚੋਰੀ ਯਾਰੀ ਤੇ ਠੱਗੀ, ਫਰੇਬ, ਗੁਰੂ ਨਾਲ ਵੀ ਫਰੇਬ ਕਰਨ ਨੂੰ ਨਹੀਂ ਮਿਲਦੇ। ਸਭ ਤੋਂ ਪਹਿਲਾਂ ਆਹਾਰ ਠੀਕ ਹੁੰਦਾ, ਆਹਾਰ ਤੋਂ ਬਾਅਦ ਵਿਚਾਰ ਠੀਕ ਹੁੰਦਾ, ਵਿਚਾਰ ਤੋਂ ਬਾਅਦ ਆਚਾਰ ਠੀਕ ਹੁੰਦਾ, ਆਚਾਰ ਤੋਂ ਬਾਅਦ ਵਿਹਾਰ ਠੀਕ ਹੁੰਦਾ। ਸੰਧੀ ਜੀ ਦਾ ਵਿਹਾਰ ਨਹੀਂ ਠੀਕ, ਉਹ ਭਾਵੇਂ ਕਿੰਨੀ ਵੀ ਤਪੱਸਿਆ ਕਰਦਾ ਰਹੇ, ਉਹ ਸਮਝੋ ਕਿਸੇ ਕੰਮ ਦਾ ਨਹੀਂ। ਵਿਹਾਰ ਹੀ ਠੀਕ ਕਰਨ ਵਾਸਤੇ ਸਾਰਾ ਕੁਝ ਅਸੀਂ ਕਰਦੇ ਹਾਂ। ਤੇ ਜਦੋਂ ਵਿਹਾਰ ਠੀਕ ਹੋ ਜਾਏਗਾ, ਪਰਮਾਰਥ ਵਿੱਚ ਵਿਰੋਧ ਨਾ ਵਾਸੋ, ਫਿਰ ਅਸੀਂ ਬਿਲਕੁਲ ਠੀਕ ਹੋ ਜਾਵਾਂਗੇ। ਸੋ ਮੇਰਾ ਮਤਲਬ ਸਿਰਫ ਕਹਿਣ ਤੋਂ ਉਸ ਵਕਤ ਸਾਡੀ ਹੋਰ ਸਮਝੋ ਤਬੀਅਤ ਹੋ ਜਾਂਦੀ ਹੈ। ਸੋਚਣਾ ਇਹ ਹੈ ਪਾਣੀ ਵਿੱਚ ਕਿਸ ਤਰ੍ਹਾਂ ਅੱਗ ਲੱਗਦੀ। ਪਾਣੀ ਤੇ ਅੱਗ ਨੂੰ ਬੁਝਾ ਦਿੰਦਾ, ਜਲ ਅਗਨੀ ਵਿੱਚ ਘੱਟੀ ਹੈ, ਜਲਿਆ ਨਾ ਡੁੱਬਾ ਗੁਰ ਪ੍ਰਸਾਦ। ਪਰ ਭਾਊ ਅੱਗ ਪਾਣੀ ਵਿੱਚ ਕਿਸ ਤਰ੍ਹਾਂ ਲੱਗੀ। ਉਹ ਗੁਰੂ ਕੇ ਸਿੱਖ, ਉਹ ਭਗਵਾਨ ਦੇ ਪਿਆਰੇ, ਉਹ ਹਜ਼ਰਤ ਸਾਹਿਬ ਦੇ ਮਰੀਦ, ਉਹ ਯਸੂ ਨੂੰ ਮੰਨਣ ਵਾਲੇ ਚੇਲੇ, ਇਹ ਕਿਉਂ ਗੱਲ ਹੋ ਗਈ। ਇੱਥੇ ਆ ਕੇ ਵੀ ਸਾਨੂੰ ਸ਼ਾਂਤੀ ਨਹੀਂ ਮਿਲਣੀ ਨਾਮ ਤਾਰਿਓ। ਇੱਥੇ ਆ ਕੇ ਵੀ ਅਸੀਂ ਇੱਕ ਦੂਜੇ ਨਾਲ ਵਖੇਬਤਾ ਰੱਖਣੀ ਤੇ ਚੁਗਲੀ ਬਖਿਲੀ ਕਰਦੀ ਨਹੀਂ। ਦੱਸੋ ਸਿਨੇਮਾ ਹਾਲ ਵਿੱਚ ਜਾ ਕੇ ਤੁਹਾਨੂੰ ਸ਼ਾਂਤੀ ਮਿਲੇਗੀ, ਕਚਹਿਰੀ ਵਿੱਚ ਜਾ ਕੇ ਤੁਹਾਨੂੰ ਸਾਨੂੰ ਸ਼ਾਂਤੀ ਮਿਲੇਗੀ, ਕਿੱਥੇ ਜਾ ਕੇ ਸਾਨੂੰ ਪੀਸ ਆਫ ਮਾਈਂਡ ਹੋਗੀ ਜੇ ਇੱਥੇ ਆ ਕੇ ਵੀ ਸਾਡਾ ਮਨ ਟਿਕਾਅ ਵਿੱਚ ਨਹੀਂ ਹੋਣਾ, ਇੱਥੇ ਆ ਕੇ ਵੀ ਵੈਰ ਵਿਰੋਧ ਨਹੀਂ ਛੱਡਣੀ। ਜੇ ਕਿਸੇ ਹਸਪਤਾਲ ਵਿੱਚ ਜਾ ਕੇ ਡਾਕਟਰ ਕੋਲ ਜਾ ਕੇ ਵੀ ਦਵਾਈ ਲਿਆ ਵੀ ਸਾਨੂੰ ਅਰਮਾਨ ਨਹੀਂ ਹੋਣਾ ਤੇ ਫਿਰ ਕਿੱਥੇ ਆਰਾਮ ਆਏਗਾ। ਇੱਥੇ ਫਿਰ 3 ਸਵਾਲ ਪੈਦਾ ਹੁੰਦਾ। ਸਵਾਲ ਕੀ ਪੈਦਾ ਹੁੰਦਾ ਵੀ ਜੇ ਆਰਾਮ ਨਹੀਂ ਨਾ ਆਇਆ ਤੇ ਡਾਕਟਰ ਜਿਹੜਾ ਅਣਜਾਣ ਹੈ, ਡਾਕਟਰ ਨੂੰ ਪਤਾ ਹੀ ਨਹੀਂ ਮਰਜ਼ ਕੀ ਹੈ। ਫਿਰ ਦੂਜਾ ਸਵਾਲ ਪੈਦਾ ਹੁੰਦਾ ਵੀ ਡਾਕਟਰ ਤੇ ਠੀਕ ਹੈ, ਡਾਕਟਰ ਕੋਲ ਦਵਾਈ ਹੈ ਨਹੀਂ ਉਹ ਦੇਣ ਵਾਲੀ ਜਿਸ ਦੇ ਨਾਲ ਇਹਦਾ ਰੋਗ ਦੂਰ ਹੋ ਜਾਏ। ਫਿਰ ਤੀਜਾ ਸਵਾਲ ਪੈਦਾ ਹੁੰਦਾ ਵੀ ਡਾਕਟਰ ਵੀ ਚੰਗਾ ਹੈ, ਦਵਾਈ ਵੀ ਠੀਕ ਹੈ, ਪਰ ਮਰੀਜ਼ ਬੜਾ ਬਦ ਪਰਹੇਜ਼ ਹੈ। ਪ੍ਰੈਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਆਂਦੇ ਨੇ ਜਿਨ ਸੰਜਮ ਰੋਗੀ ਮਰੇ ਚਿਤ ਵੈਦ ਨਾ ਰੋਸ। ਸੰਜਮ ਨਾ ਰੱਖੇਗਾ ਰੋਗੀ ਮਰ ਜਾਏਗਾ। ਜਦੋਂ ਇਹਨਾਂ 3 ਚੀਜ਼ਾਂ ਵੱਲ ਵੇਖਿਆ ਜਾਂਦਾ ਨਾ
ਤੇ ਜਿਹੜੇ ਧਾਰਮਿਕ ਆਚਾਰਜ ਨੇ ਉਹ ਬੜੇ ਚੰਗੇ ਹਨ, ਕੈਰੈਕਟਰ ਵਾਲੇ ਹਨ, ਉੱਚੇ ਹਨ। ਵੇਦਾਂ ਤੇ ਗ੍ਰੰਥਾਂ ਵਿੱਚੋਂ ਬੜੇ ਸੋਹਣੇ ਸੋਹਣੇ ਪ੍ਰਮਾਣ ਤੇ ਸੋਹਣੀਆਂ ਸੋਹਣੀਆਂ ਔਸ਼ਧੀਆਂ ਕੱਢ ਕੇ ਦੱਸਦੇ ਨੇ, ਐਉਂ ਕਰਨਾ ਭਾਈ, ਐਉਂ ਕਰਨਾ, ਇਸ ਜੀਵ ਨੂੰ ਐਸੇ ਤਰ੍ਹਾਂ ਕਰਨਾ। ਪਰ ਆਖਿਰ ਜਦੋਂ ਜਾ ਕੇ ਵੇਖੀਦਾ ਉਹ ਜਿਹੜਾ ਮਰੀਜ਼ ਆ ਉਹ ਪਰਲੇ ਦਰਜੇ ਦਾ ਬਦ ਪਰਹੇਜ਼ ਨਿਕਲਦਾ, ਉਹ ਮੰਨਦਾ ਹੀ ਨਹੀਂ। ਇੱਕ ਪਾਸੇ ਤੇ ਲਿਖਿਆ ਪਈ ਜੇ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ तर तली गली मुड़िया, ये है पहला मर्द कबूल जीवन की छड़ास हो सबन की रेन का तो आओ हमारे पास। निष्काम भगती करने का हुक्म है। सकाम जेड़ा भगत है वो कदे कामयाब नहीं हो सकता, हमेशा निष्काम भगत है जेड़ा वो कामयाब। कर्म करत होत निष्कामी, कर्म करे कामना ना रखे, काहू फल की इच्छा ना वांछे। ਇੱਥੇ ਮੈਂ ਸਮਝੋ ਸੈਮੀਕੋਲਨ ਪਾ ਕੇ ਨਾ ਅਗਲਾ ਇਹਦਾ ਪੋਰਸ਼ਨ ਫੇਰ ਕਦੀ ਦੱਸਾਂਗਾ ਵੀ ਕਿਸ ਤਰ੍ਹਾਂ ਦੀ ਅਸੀਂ ਮੰਗਾਂ ਲੈ ਕੇ ਗੁਰੂ ਕੋਲ ਆਉਂਦੇ ਹਾਂ, ਜਿਹੜੀਆਂ ਅਯੋਗ ਮੰਗਾਂ ਹਨ। ਸਾਨੂੰ ਪਤਾ ਵੀ ਹੁੰਦਾ ਫਿਰ ਵੀ ਅਯੋਗ ਮੰਗਾਂ ਲੈ ਕੇ ਗੁਰੂ ਅੱਗੇ ਆ ਜਾਂਦੇ ਆ। ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਸੀ ਕਿ ਬਦ ਪਰਹੇਜ਼ੀ ਕਰਦਾ ਹੈ ਮਰੀਜ਼ ਔਰ ਉਹ ਰਾਜੀ ਨਹੀਂ ਹੁੰਦਾ। ਜਿਹੜੇ ਮਰੀਜ਼ ਬਦ ਪਰਹੇਜ਼ੀ ਨਹੀਂ ਕਰਦੇ, ਜਿਹੜੇ ਸਤਿਗੁਰਾਂ ਦੇ ਹੁਕਮਾਂ ਅਨੁਸਾਰ ਚੱਲਦੇ ਨੇ, ਉਹ ਰਾਜ਼ੀ ਹੋ ਜਾਂਦੇ ਨੇ। ਇਹਦੇ ਉੱਤੇ ਇੱਕ ਨਿੱਕਾ ਜਿਹਾ ਇਤਿਹਾਸ ਤੁਹਾਡੇ ਸਾਹਮਣੇ ਰੱਖਣਾ ਵੀ ਕਿਸ ਤਰ੍ਹਾਂ ਉਹ ਸਿੱਖ ਜਿਹੜੇ ਸਤਿਗੁਰਾਂ ਦਾ ਹੁਕਮ ਮੰਨਦੇ ਨੇ ਉਹ ਨਿਕਲ ਜਾਂਦੇ ਨੇ ਦੁਨੀਆ ਵਿੱਚ। ਹਾਰ ਚੱਲੇ ਜੱਗ, ਜੱਗ ਹਾਰ ਚੱਲਿਆ, ਗੁਰਮੁਖ ਜੀਤਾ, ਗੁਰਮੁਖ ਜਿੱਤ ਜਾਂਦੇ ਨੇ। ਅੱਗੇ ਪਿੱਛੇ ਲਫ਼ਜ਼ ਕਰਕੇ ਇਹਦਾ ਅਰਥ ਕਰਨਾ, ਗੁਰਮੁਖ ਜਿਹੜੇ ਨੇ ਉਹ ਜਿੱਤ ਜਾਂਦੇ ਨੇ ਤੇ ਜਿਹੜੇ ਜਗਤ ਦੇ ਲੋਕ ਨੇ ਉਹ ਹਾਰ ਜਾਂਦੇ ਨੇ। ਸੋ ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਸੀ ਜਿਹੜੇ ਗੁਰੂ ਦਾ ਹੁਕਮ ਮੰਨਦੇ ਨੇ, ਉਹਦੇ ਉੱਤੇ ਪਹਿਰਾ ਦਿੰਦੇ ਨੇ ਹੁਕਮ ਤੇ, ਉਹ ਸਮਝੋ ਜਿੱਤ ਜਾਂਦੇ ਹਨ। ਇੱਕ ਨਿੱਕੀ ਜੀ ਸਾਖੀ ਤੁਹਾਡੇ ਸਾਹਮਣੇ ਮੈਂ ਅਰਜ਼ ਕਰਾਂ। ਉਹ ਚਲੇ ਚਲੀਏ ਫਰੰਟੀਅਰ ਦੇ ਇਲਾਕੇ ਵੱਲ। ਉੱਥੇ ਇੱਕ ਮਰਦਾਨ ਜ਼ਿਲ੍ਹਾ ਹੈ। ਮਰਦਾਨ ਦੇ ਜ਼ਿਲ੍ਹੇ ਵਿੱਚ ਇੱਕ ਸੁਆਬੀ ਤਹਿਸੀਲ ਹੈ। ਸੁਆਬੀ ਤਹਿਸੀਲ ਦੇ ਵਿੱਚ ਇੱਕ ਜ਼ੈਦਾ ਪਿੰਡ ਸੀ। ਜ਼ੈਦੇ ਪਿੰਡ ਵਿੱਚ ਇੱਕ ਰੋੜੇ ਰਹਿੰਦੇ ਸਨ ਜਿਨ੍ਹਾਂ ਦੀ ਲੌਂਗਿਆਣੀ ਜਾਤ ਸੀ। ਉਸ ਨਗਰ ਦੇ ਵਿੱਚ ਰਹਿੰਦੇ ਸਨ। ਉਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਤੇ ਪੁੱਤਰ ਦਾ ਨਾਮ ਉਹਨਾਂ ਰੱਖਿਆ ਧਨੀ ਰਾਮ। ਐਸਾ ਸੁੰਦਰ ਨਾਮ ਹੈ, ਰਾਮ ਧਨ ਜਾਂ ਧਨੀ ਰਾਮ, ਹਰਗੋਬਿੰਦ ਜਾਂ ਗੋਬਿੰਦ ਸਿੰਘ। ਇਹ ਅੱਗੇ ਪਿੱਛੇ ਕਰਕੇ ਅਰਥ ਕੱਢੀਏ ਤੇ ਕੋਈ ਨਿਕਲ ਆਉਂਦਾ। ਉਹ ਬੜੇ ਪਿਛਲੇ ਜਨਮ ਦੇ ਕੋਈ ਸਾਧੂ ਸਨ। ਤੁਲਸੀਦਾਸ ਨੇ ਲਿਖਿਆ ਜਾਨ ਸ਼ਰਦ ਰਿਤੁ ਖੰਜਨ ਆਏ ਸਮੈ ਪਾਏ ਜਿਮ ਸੁਕ੍ਰਿਤ ਸੁਹਾਏ। ਜਾਨ ਸ਼ਰਦ ਰਿਤੁ ਖੰਜਨ ਆਏ। ਖੰਜਨ ਇੱਕ ਛੋਟਾ ਜਿਹਾ ਜਾਨਵਰ ਹੁੰਦਾ, ਮਮੂਲਾ ਆਉਂਦੇ ਨੇ। ਕਹਿੰਦੇ ਨੇ ਜਦੋਂ ਗਰਮੀ ਦੀ ਰੁੱਤ ਆਉਂਦੀ ਹੈ ਉਹਨੂੰ ਕੋਈ ਡਾਂਗਾ ਨਹੀਂ ਮਾਰਦਾ ਵੀ ਸਾਡੇ ਦੇਸ਼ ਚੋਂ ਚਲੇ ਜਾਓ, ਪਰ ਆਪਣੇ ਆਪ ਹੀ ਸਰਦੀ ਦੀ ਰੁੱਤ ਚਲੇ ਜਾਂਦੇ। ਤੇ ਜਦੋਂ ਸਰਦੀ ਦੀ ਰੁੱਤ ਆਉਂਦੀ ਉਹਨਾਂ ਨੂੰ ਕੋਈ ਲੈਣ ਨਹੀਂ ਜਾਂਦਾ, ਇਨਵੀਟੇਸ਼ਨ ਪੱਤਰ ਨਹੀਂ ਭੇਜੇ ਜਾਂਦੇ ਜਾਂ ਮੋਟਰਾਂ ਨਹੀਂ ਲੈ ਕੇ ਜਾਂਦੇ ਵੀ ਆ ਜਾਓ, ਉਹ ਆਪਣੇ ਆਪ ਹੀ ਆ ਜਾਂਦੇ ਨੇ। ਕਹਿੰਦੇ ਨੇ ਜਾਨ ਸ਼ਰਦ ਰਿਤੁ ਖੰਜਨ ਆਏ, ਸ਼ਰਦ ਰਿਤੂ ਜਾ ਕੇ ਮਮੋਲੇ ਆ ਜਾਂਦੇ ਨੇ। ਮਿਸਾਲ ਦਿੰਦੇ ਨੇ ਤੁਲਸੀਦਾਸ ਜੀ, ਕਹਿੰਦੇ ਨੇ ਸਮਾਂ ਪਾਏ ਜਿਵੇਂ ਸੁਕ੍ਰਿਤ ਸੁਹਾਏ। ਸਮਾਂ ਪਾ ਕੇ ਜਿਸ ਤਰ੍ਹਾਂ ਦਾ ਇਨਸਾਨ ਦਾ ਚੰਗਾ ਕਰਮ ਦਾ ਪ੍ਰਗਟ ਹੁੰਦਾ ਤੇ ਉਹਨੂੰ ਫਿਰ ਕੀ ਹੁੰਦਾ, ਗੁਰੂ ਦਾ ਦਰਸ਼ਨ ਹੋ ਜਾਂਦਾ, ਸਾਧ ਸੰਗਤ ਚ ਨਿਵਾਸ ਹੋ ਜਾਂਦਾ, ਮਨ ਬ੍ਰਿਤੀ ਚੰਗੀ ਬਣ ਜਾਂਦੀ। ਖੈਰ ਇਹਨਾਂ ਦਾ ਪੂਰਵਲਾ ਸੀ, ਕਿਸੇ ਪੰਡਤ ਦੀ ਸੰਗਤ ਹੋ ਗਈ। ਉਹ ਪੱਥਰ ਪੂਜਕ ਸੀ, ਪੱਥਰ ਪੂਜਦਾ ਸੀ। ਇਹ ਵੀ ਉਹਨਾਂ ਦੇ ਨਾਲ ਲੱਗ ਕੇ ਤੇ ਪੱਥਰ ਪੂਜਣ ਲੱਗ ਪਿਆ, ਠਾਕਰ ਪੂਜਾ ਕਰਨ ਲੱਗ ਪਿਆ। ਠਾਕਰ ਪੂਜਾ ਤੇ ਕਰਦੇ ਨੇ ਪਰ ਮਨ ਦੇ ਵਿੱਚ ਕੋਈ ਊਮਤਾ ਹੀ ਨਹੀਂ ਰੱਖਦਾ। ਕਹਿੰਦੇ ਨੇ ਠੀਕ ਨਹੀਂ, ਆਨੰਦ ਨਹੀਂ ਆਉਂਦਾ, ਇਹ ਬੋਲਦਾ ਨਹੀਂ ਮੇਰੇ ਨਾਲ, ਮੈਂ ਇਹਨੂੰ ਖਵਾਨਾ ਤੇ ਖਾਂਦਾ ਨਹੀਂ, ਮੈਂ ਇਹਨੂੰ ਨਾ ਹੱਸ ਤੇ ਹੱਸਦਾ ਨਹੀਂ, ਮੈਂ ਇਹਨਾਂ ਨੂੰ ਚੱਲ ਮੇਰੇ ਨਾਲ ਸੈਰ ਕਰਨ ਤੇ ਜਾਂਦਾ ਨਹੀਂ, ਮੈਂ ਇਹਨਾਂ ਨੂੰ ਕੋਈ ਵਰ ਦੇ ਤੇ ਵਰ ਨਹੀਂ ਦਿੰਦਾ। ਮਨ ਦੇ ਵਿੱਚ ਇਹੋ ਜਿਹੀਆਂ ਵਿਚਾਰਾਂ ਉੱਠਦੀਆਂ ਨੇ। ਹਮਰਾ ਠਾਕਰ ਸਦ ਬੋਲੰਤਾ, ਉਹ ਠਾਕਰ ਮਿਲੇ ਨੇ ਜਿਹੜਾ ਬੋਲਦਾ, ਉਹਦੇ ਨਾਲ ਮੈਂ ਗੱਲਾਂ ਤੇ ਕਰ। ਕਹਿੰਦੇ ਨੇ ਤੂੰ ਚਾਹੋ ਸੱਜਣ ਮੈਂਡਿਆ, ਅਰਦਾਸ ਕੀਤੀ ਹੈ ਚਾਹੋ ਮੀਨ ਬੋਲ, ਐ ਮੇਰਿਆ ਸੱਜਣਾ ਬੋਲ। ਨਿੱਕੀ ਜੀ ਗੱਲ ਆ ਗਈ ਏ। ਸਤਿਗੁਰੂ ਸਾਹਮਣੇ ਬੈਠੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇਹ ਦਾ ਓਲਾ ਕਰ ਗਿਆ। 1 ਸਾਲ ਬਤੀਤ ਹੋ ਗਏ ਪੂਰਾ। ਅੰਮ੍ਰਿਤਸਰ ਸ਼ਹੀਦਾਂ ਦਾ ਮੇਲਾ ਹੋਇਆ। ਇਹ ਸਤਿਗੁਰੂ ਦਰਸ਼ਨ ਦੇ ਰਹੇ ਸਨ। ਇੱਕ ਪਾਸੇ ਰਾਖੀਆਂ ਦਾ ਉੱਚਾ ਆਸਣ, ਇੱਕ ਪਾਸੇ ਇਹਨਾਂ ਦਾ ਉੱਚਾ ਆਸਣ ਸੀ। ਠਾਕਰ ਸਿੰਘ ਕਿੰਗ ਵਜਾਉਂਦਾ ਹੁੰਦਾ ਸੀ, ਮੇਰੇ ਨਾਲ ਬੜਾ ਚਿਰ ਰਿਹਾ। ਉਹ ਮੈਨੂੰ ਆਂਦਾ ਪੰਡਤ, ਮੈਂ ਕਿਹਾ ਹਾਂ ਜੀ, ਇਹ ਸਤਿਗੁਰ ਮੇਰੇ ਨਾਲ ਨਾਰਾਜ਼ ਨਹੀਂ? ਮੈਂ ਕਿਹਾ ਠਾਕਰ ਸਿੰਘ ਕਦੀ ਕੋਈ ਗੱਲ ਨਹੀਂ, ਨਹੀਂ ਨਾਰਾਜ਼, ਤੈਨੂੰ ਭਰਮ ਹੈ। ਉਸਨੇ ਝਰਮਲ ਸੁਰਾਂ ਨੂੰ ਆਖ ਦਿੱਤਾ, ਝਰਮਲ ਸਿੰਘ ਜੀ ਸਤਿਗੁਰ ਮੇਰੇ ਨਾਲ ਨਾਰਾਜ਼ ਨੇ। ਉਸਨੇ ਸਤਿਗੁਰਾਂ ਅੱਗੇ ਆ ਕੇ ਅਰਜ਼ ਕਰ ਦਿੱਤੀ। ਇਹਨਾਂ ਸਤਿਗੁਰਾਂ ਅੱਗੇ ਸੱਚੇ ਪਾਤਸ਼ਾਹ ਤੁਸੀਂ ਠਾਕਰ ਸਿੰਘ ਨਾਲ ਨਾਰਾਜ਼ ਹੋ? ਆਂਦੇ ਨੇ ਸਦੋ ਹਾਂ ਠਾਕਰ ਸਿੰਘ ਨੂੰ। ਕਦੋਂ ਮੈਂ ਉਹਦੇ ਨਾਲ ਨਾਰਾਜ਼ ਹਾਂ? ਸੰਗਤ ਬੈਠੀ ਹੋਈ ਸਾਰੀ, ਠਾਕਰ ਸਿੰਘ ਸਾਹਮਣੇ ਆ ਗਿਆ। ਸਤਿਗੁਰਾਂ ਆਖਿਆ ਠਾਕਰ ਸਿੰਘ ਮੈਂ ਤੇਰੇ ਨਾਲ ਕਦੋਂ ਨਾਰਾਜ਼ ਹਾਂ? ਠਾਕਰ ਸਿੰਘ ਆਂਦਾ ਜੀ ਨਾਰਾਜ਼ ਨਹੀਂ ਤੇ ਹੋਰ ਕੀ ਹੋ?
किस तरह नाराज आ? कहता गरीब नवाज साल हो गया सदका नूं दे दौला कीतिया, तुसी दसो एक बारी मेरे नाल बोले, कदे मेरे नाल ज़बान साझी कीती जे? बोले हो मेरे नाल? नाराज नहीं ते होर की हो। संजी सारी संगत दे नेत्रां च झाला। इस वास्ते सिख आंदा तू चाहो सज्जन मिंडिया मेरा सजना मेरे नाल बोल। तो धनी राम दे मन विच खाश कि मैनू बोलण वाला सतगुर मिले ना किते। अरदासां करदा है, बड़ियां अरजोइयां करदा है। समा आ गया, अज रात नूं अपने कमरे विच सुता आया। जदों कमरे विच सुता ते कमरा जगमग कर गया, रोशनी रोशनी हो गई कमरे च। जागया जागया ते उस रोशनी विच वेख्या कि एक दिव्य ज्योति है, बहुत सुंदर स्वरूप है। वेखदियां मन नूं शांति आउंदी है। हंबला मारिया, उठिया मंजे तो, उठ के नमस्कार की चरना उत्ते ढह पिया। आंदा मैं पुछा तू कौन है जिसने मेरे घर आके ते ऐसे तरह दर्शन। उठिया चरना तो, बड़ा ठम्मे नाल हाथ जोड़ के बेनती करदा है, पातशाह हो मैनू अपना अगा पिछा ते दसो, तुसी कौन हो जेड़े मेरे घर आके मैनू दर्शन देण आए? सतगुर कहंदे ने धनी राम तेरी फुरने नूं फल लगा, तेरी खाश जेड़ी सी पूरी हुई है। तेरियां अरजोइयां जेड़ियां ने अज स्वीकार हो गईयां ने। मैं सिर्फ तेरे वास्ते नहीं आया, मैं कईयां दा इस तरह बेड़ा पार कर। गुरु बालक दे वेले तीन तरह नाल भजन दस्या करदे सन। सुपने च कई बारी जाके भजन दे आउंदे सन। उन्हां आखना भजन दसो, उन्हां आख्या बह जा अरदास करके, उस वक्त जेड़ी तेनू आवाज आएगी अरशां विच ओह तेनू भजन। इस तरह भजन दिंदे हन। फिर इस तरह भी करते सन भाई जिन्हां ने भजन पुछना है, 2 4 10 20 50 भी होने, उन्हां सारियां नूं एक थां इकट्ठा करके उच्ची सारी सारे नूं भजन सुना देना, सारे नूं इस तरह दस देना। और तीसरा सी जदों होर ना होण, जिस तरह हुण आम है, ਕੰਨ ਦੇ ਵਿੱਚ ਭਜਨ ਦੱਸ ਦੇਣਾ। ਔਰ ਕੰਨ ਵਿੱਚ ਭਜਨ ਦੱਸਣ ਵਾਲੇ ਨੇ ਜਿਹੜੇ ਜਥੇਦਾਰ ਸੂਬੇ, ਉਹਨਾਂ ਮੈਂ ਅਰਜ਼ ਕਰਦਿਆਂ 5 ਵਾਰੀ ਪਹਿਲਾਂ ਸੱਜੇ ਕੰਨ 'ਚ ਦੱਸਿਆ ਕਰੋ, ਫਿਰ ਖੱਬੇ ਕੰਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਜਿਹੜਾ ਗੰਗਾ ਸਿੰਘ ਨੂੰ ਸ਼ਹਿਰੇ ਵਾਲਾ ਸੀ, ਮਾਈ ਗੰਗੀ ਉਹਦੇ ਘਰੋਂ ਸੀ। मैं उस माई का दर्शन किया। इत्थे थड़ा हुंदा ही, थड़े दे परले पासे वो माई बैठी सी, मैं उहदे कोल जा बैठा, गल्लां बातां करन लग पिया। माई ने मैनूं आप दस्सिया सी कि मैं 7 8 के 9 साल दी शायद ठां सा। सतगुरु राम सिंह सच्चे पातशाह साडे पिंड गए सन, मैनूं उन्हां अपने सज्जे पट ते बहा के 9 वारी एक वारी कान च दस्सिया ते 9 वारी दूजे कान च बजन। 5 वारी ते जरूर दसना चाहिए, इदों वध दस्सिया जाए ते ओह कोई माड़ी गल नहीं। मैं होरनां भी पापियां दा पार उतारा करन वास्ते आया। सच्चे पातशाह फिर मैनूं दसो ते सही ਤੁਹਾਡਾ ਨਾਮ ਗਾਮ। ਕਹਿੰਦੇ ਨੇ ਮੇਰੇ ਸਾਰੇ ਹੀ ਨਾਮ ਨੇ ਤੇ ਕੋਈ ਵੀ ਨਾਮ, ਤੇ ਸਾਰੇ ਹੀ ਥਾਮ ਨੇ ਤੇ ਕੋਈ ਵੀ नहीं था। वो तो समझो हर जगह मौजूद है, लेकिन नजर आता नहीं। वेद विद्या के बिना उसको कोई पाता नहीं। वो तो ठीक है भाई सारे रेंदे हो, पर विशेष करके किथे रेंदे हो? कहते ने ये भी तेनू दसने आ, काला ना पाओ तू। माता भी कोल मंजे दे उत्ते लम्मी पई सी ते सुती हुई सी। धनी राम ने आवाज मारी, माता जी। हाँ बेटा क्या बात है? मां जी उठो, की गल है? अज साडे घर भगवान आ गया। माई उठी, आंदी मैनू दिसदा नहीं। जिस तरह धने नूं दिसदा सी ते पंडित पखंडी नूं नहीं सी ना दिसदा। आंदी मैनू दिसदा नहीं। कहंदे ने तैनू नहीं दिसदा? नहीं, तू एवें ही करी जाना है, इत्थे भगवान आया है। ओ बड़वाई उठ बैठा, कहना माई कोई अजमूदा लेना ही। ये दुनिया की फितरत ही ऐसी बन गई है, जब तक कोई किसी की करामात ना वेखण तद तक उहदे पिछे लगदे नहीं विशेषता, जब तक ना तक। ਇਹਦੇ ਚ ਬੜੀਆਂ ਸਾਖੀਆਂ ਨੇ। ਕਹਿੰਦਾ ਅੱਛਾ ਮਾਂ ਤੇਰੇ ਸਰੀਰਾਂ ਨੂੰ ਦਰਦ ਸ਼ੁਰੂ ਹੋ ਗਿਆ। ਉਸੇ ਵਕਤ ਮਾਈ ਨੂੰ ਦਰਦ ਲੱਗ ਗਈ। ਇਹ ਬੁੱਢਿਆ ਵੇ ਮੈਨੂੰ ਇੱਥੇ ਦਰਦ ਹੁੰਦੀ ਆ, ਵੇ ਇੱਥੇ ਦਰਦ ਹੁੰਦੀ ਆ, ਕਿਤੇ ਉੱਥੇ ਹੱਥ ਧਰ, ਕਿਤੇ ਉੱਥੇ ਧਰ ਹੱਥ। ਕਹਿੰਦਾ ਅੱਛਾ ਮਾਈ ਹਟ ਜਾ, ਤੇਰੇ ਸਰੀਰ ਤੋਂ ਦਰਦ ਹੈ ਹੁਣ ਵੀ ਬੜੇ, ਪਰ ਮੈਂ ਕਈਆਂ ਨੂੰ ਅਰਜ਼ ਕਰ ਚੁੱਕਿਆ ਕੋਈ ਮੇਰੀ ਵੀ ਇਹ ਦਰਦ ਦੂਰ ਕਰ ਛੱਡੋ। ਪਰ ਮੈਨੂੰ ਤੇ ਕੋਈ ਨਹੀਂ ਅਜੇ ਮਿਲਿਆ। ਕੋਈ ਮਿਲ ਜਾਏਗਾ ਸਤਿਗੁਰਾਂ ਦੇ ਘਰ ਘਾਟਾ ਤੇ ਨਹੀਂ। ਅਜੇ ਮੇਰੀ ਕਰਮਾਂ ਚ ਐਸੀ ਗੱਲ ਹੈ ਜਿਹੜਾ ਮੈਨੂੰ ਉਹਦਾ ਦਰਸ਼ਨ ਨਹੀਂ ਹੋਇਆ। ਖੈਰ अय हुण माई मन गई है। अय हाँ जी हुण मैनूं इन्ना यकीन आ गया भगवान जरूर इत्थे आए। ਉਹ ਫਿਰ ਸਤਿਗੁਰਾਂ ਨੂੰ ਪੁੱਛਦਾ, ਸੱਚੇ ਪਾਤਸ਼ਾਹ ਹੁਣ ਮੈਨੂੰ ਆਪਣੀ ਵਿਸ਼ੇਸ਼ ਜਿੱਥੇ ਤੁਸੀਂ ਰਹਿੰਦੇ ਹੋ ਦੱਸੋ। ਕਹਿੰਦੇ ਨੇ ਮੇਰਾ ਨਾਂ ਹੈ ਬਾਲਕ ਸਿੰਘ ਤੇ ਹਜਰੋ ਸਾਹਿਬ ਵਿੱਚ ਮੈਂ ਰਹਿਣਾ। ਤੇ ਅੱਧਾ ਭਜਨ ਦੱਸਿਆ, ਸਾਰਾ ਭਜਨ ਵੀ ਨਹੀਂ ਦੱਸਿਆ। 4 ਅੱਖਰ ਦੇ ਨਾ ਬਾਬਾ ਹਾਹਾ ਰਾਰਾ ਤੇ ਗੱਗਾ, ਬਾਬਾ ਤੇ ਹਾਰਾ ਦੱਸ ਦਿੱਤਾ ਤੇ ਰਾਰਾ ਗੱਗਾ ਨਹੀਂ ਦੱਸਿਆ। ਅੱਧਾ ਭਜਨ ਦੱਸ ਕੇ ਆਂਦੇ ਨੇ ਹਜਰੋ ਸਾਹਿਬ ਆ ਜਾਈ, ਬਾਕੀ ਦਾ ਭਜਨ ਤੈਨੂੰ ਫੇਰ ਦਿਆਂ। पर संत जी जिन्हां नूं लोड़ हुंदी है ना वो लभ लेंदे ने। शराबी शराब खाना लभ लेंदे ने, चोर चोर लभ लेंदे ने, ठग ठगां नूं लभ लेंदे ने, लभ लेंदे ने अपने अपने संगी जिथे जिथे हुंदे ने ना। वो पता कोशिश करके भी उत्थे जा मिलदे ने भाई मैं उन्हां नूं मिल पावां। अज सवेरे उठिया
ਧਨੀ ਰਾਮ ਚਿਹਰਾ ਹੋਰ ਹੈ, ਚਿਹਰੇ ਦੇ ਉੱਤੇ ਕੋਈ ਨੂਰ ਹੈ, ਗੰਭੀਰਤਾ ਹੈ। ਲੋਕੀ ਆਂਦੇ ਨੇ ਅੱਜ ਕਿਸ ਤਰ੍ਹਾਂ ਦਾ, ਅੱਜ ਠਾਕਰ ਪੂਜਾ ਨਹੀਂ ਕੀਤੀ, ਠਾਕਰ ਵੱਲ ਗਿਆ ਹੀ ਨਹੀਂ, ਠਾਕਰਾਂ ਨੂੰ ਇਸ਼ਨਾਨ ਨਹੀਂ ਕਰਾਇਆ, ਠਾਕਰਾਂ ਨੂੰ ਨਵਾਲਿਆ ਨਹੀਂ। ਸਾਰੇ ਹੈਰਾਨ ਤੇ ਪਰੇਸ਼ਾਨ, ਪੁੱਛਦੇ ਨੇ ਉਹ ਤੈਨੂੰ ਕੀ ਹੋ ਗਿਆ ਧਨੀ ਰਾਮਾ? ਅਹ ਜੀ ਅੱਜ ਮੈਨੂੰ ਸੱਚਾ ਠਾਕਰ ਮਿਲ ਗਿਆ, ਝੂਠੇ ਠਾਕਰਾਂ ਨਾਲੋਂ ਹੁਣ ਮੈਨੂੰ ਸੱਚਾ ਠਾਕਰ ਮਿਲ ਗਿਆ, ਇਸ ਵਾਸਤੇ ਮੈਂ ਛੱਡ ਦਿੱਤੀ ਉਹਨਾਂ ਦੀ ਪੂਜਾ। ਉਹ ਕਮਲਿਆ ਇਹੋ ਜਿਹੀਆਂ ਗੱਲਾਂ ਨਹੀਂ ਕਰਦੀਆਂ। ਕਦੋਂ ਮਿਲਿਆ ਈ? ਇਹ ਰਾਤੀ ਸੁਪਨੇ 'ਚ ਆ ਕੇ ਮਿਲਿਆ, ਜਾਗ ਵੀ ਪਿਆ ਸਨ। ਉਹ ਕਹਿੰਦੇ ਨੇ ਸੁਪਨੇ ਦੀਆਂ ਗੱਲਾਂ ਵੀ ਸੱਚ ਹੁੰਦੀਆਂ ਨੇ। ਕਹਿੰਦਾ ਤੁਸੀਂ 20 ਵਾਰੀ ਆਖੋ ਜਦੋਂ ਮੇਰੇ ਸਾਹਮਣੇ ਠੀਕ ਹੋ ਗਿਆ ਤੇ ਮੈਂ ਕੀ ਨਾ ਮੰਨਾਂ ਵੀ ਉਹ ਗੱਲ। ਤੁਹਾਡੀ ਗੱਲ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੁੰਦਾ, ਭਾਵੇਂ ਤੁਸੀਂ ਕਿੰਨੇ ਵੀ ਮੈਨੂੰ ਉਪਦੇਸ਼ ਦਿਓ। ਕਹਿੰਦੇ ਨੇ ਮੈਂ ਹੁਣ ਸੱਚੇ ਠਾਕਰ ਦੇ ਦਰਸ਼ਨ ਕਰਦਾ ਨੇ, ਮੈਂ ਤੇ ਉਹਨਾਂ ਨੂੰ ਮਿਲਣਾ। ਉਹ ਕਿੱਥੇ ਤੈਨੂੰ ਮਿਲੇ ਨੇ? ਅਸੀਂ ਜੀ ਇੱਥੇ ਮਿਲੇ ਸਨ। ਉਹ ਕਿੱਥੇ ਨੇ? ਸਾਨੂੰ ਵੀ ਦਰਸ਼ਨ ਕਰਾ। ਅਸੀਂ ਕਰਾਵਾਂਗਾ, ਪਰ ਹਾਲਾਂ ਮੈਨੂੰ ਹੁਕਮ ਹੋਇਆ ਵੀ ਹਜ਼ਰੋ ਸਾਹਿਬ ਆ ਤੇ ਉੱਥੇ ਆ ਕੇ ਦਰਸ਼ਨ ਤੇ ਨਾਲੇ ਦਰਸ਼ਨ ਕਰ। ਕਹਿੰਦੇ ਨੇ ਹਜ਼ਰੋ ਨਿਵਾਸੀ ਸੁਖ ਰਾਸੀ ਅਬਨਾਸ਼ੀ ਗੁਰ ਕਟੋ ਜਮ ਫਾਸੀ ਦਾਸ ਦਾਸਨ ਲਿਖਾਈ। ਇਹ ਹਜ਼ਰੋ ਦੇ ਰਹਿਣ ਵਾਲੇ ਅਬਨਾਸ਼ੀ ਭਗਵਾਨ ਗੁਰੂ, ਸੁੱਖਾਂ ਦੀ ਰਾਸ ਸਤਿਗੁਰੂ, ਉਹ ਦਾਸਾਂ ਦਾ ਹੀ ਦਾਸ ਜਾਣ ਕੇ ਤੇ ਮੇਰੀ ਜਮਾਂ ਦੀ ਫਾਈ ਕੱਟ ਦਿਓ। ਹੋਰ ਕੁਝ ਨਹੀਂ, ਜਿਹੜਾ ਤੇਰਾ ਦਾਸ ਹੈ ਉਹਦਾ ਹੀ ਮੈਨੂੰ ਦਾਸ ਜਾਣ ਕੇ ਤੇ ਮੇਰੇ ਦੁੱਖ ਦੂਰ ਕਰ ਦੇ। ਮੈਂ ਤੇਰਾ ਵੀ ਤਾਂ ਵੀ ਬੜਾ ਧੰਨਵਾਦ ਆਂਦਾ। ਉੱਥੇ ਨੇ ਉਹ ਸਤਿਗੁਰ, ਉਹਨਾਂ ਦਾ ਦਰਸ਼ਨ ਕਰਨਾ ਹੈ। सच्चा हट का हठी सभी किछ कर सकता है, जिसे प्रेम की बाण वही किछ कर सकता है। गया गराया गिरी से हरि का नाम न छोड़ा, सूली पर लटकाया प्रभु का नाम न छोड़ा। चखाते चरण सुख लड़ाए घुट साई को छाल मार देनी, नरद प्रेम दी खेडनी बड़ी औखी, तरस तरस जान बाजी हार देनी। दीद विच प्यारे दे मस्त रहना, दीन दुरी दी रमज वसार देनी, ते छुरी अपने हाथ विच आप लैके ते खल अपनी आप उतार देनी। ये बड़ी औखी गल है। प्रीत पा लैनी सौखी है, निभानी बड़ी औखी। प्रीतम दा पाना सौखा है, पर प्रीत निभानी औखी है। सब दुनिया प्रीत लगाउंदी है, पर तोड़ निभानी ठीक है ना औखी है भाऊ। सब आशिक बन बन जाते ने, दिन रात अनहक गाउंदे ने, पर मंसूर दे वांगू सूली ते चढ़ जान मुकाउणी औखी। शमस ने ए राह दस्या है, जद वेख सूली नू हस्या है। दीदार महबूब दा सौखा है, पर खल लुहानी औखी। ये बड़ी मुश्किल गल है, ये बहुत ही मुश्किल गल है। एडी होर कोई मुश्किल गल ही नहीं, पर जिन्हां नू लगन लग जांदी ओ कामयाब हो जांदे ने। ओ उधरों तुर पैंदे ने, तुरदे तुरदे आंदे ने हुण कुछ भी होए मैं उत्थे जावांगा जरूर। चले गए किथे? हजरत साहब चले गए, जाके चरणों ते नमस्कार कीतीए। सतगुरु सच्चे पातशाह ने थापड़ा दिता, नेत्रां 'च जल आ गया। उठ के गल 'च पल्ला पा के कहंदा गरीब नवाज, फिर हुण मेरा रात वाला इकरार जिहड़ा करके आए ओ भी पूरा कर दिता। किहड़ा इकरार जी? तुसीं हुक्म दे के आए सो भी अद्धा भजन तैनूं दस्सिया ते अद्धा उत्थे आए कर दे। अद्धे नाल ते नहीं ना पार उतारा होंदा ना। उही ते तुसीं किरपा करो ते इस तरह ही हो सकदा, पर जिहड़ा तुसीं असूल बनाया ओहदे अनुसार ते सारा ही दिओगे ते तां ही काम फब्बेगा ना। भांडा चंगा सी, धोता आया सी, साफ सी, धूप दिता आया सी, सारा कुछ ठीक सी। उन्होंने कान 'च भजन दिता, काई बड़ी फुलकावली आ गई, आनंद में घोर हो गया। फिर वो कीर्तन बड़ा सोहना कर देंदे सन। इसका नाम है कीर्तन। कैसे इसका अर्थ करेंगे? की रतन कहते ने, रतन भी इन्हां दी कीमत नहीं। आ जिहड़े हुण तुहाडे सामने बलजीत सिंह जी, हरबंस सिंह जी कुल्ला, पिंका, शेर सिंह, सुखदेव सिंह, मोहन सिंह जी, आ संत बुजुर्ग साडे ने जिहड़े, खजान सिंह जी, ये हुण सारे कीर्तन करदे ने। किन्ना स्वाद आउंदा है। सो मेरा मतलब सिर्फ कहण तो है, वो बड़ा सुंदर कीर्तन करया करदे सन धनी राम जी। सतगुरां दे सामने फिर उन्होंने कीर्तन करना। एक राम सहाय जी होए हन, वो ओढ़ां दे होए ने, ये जैदे दे सन। इन्हां दी आपो विच समझो फिर मुलाकात हो गई ते उन्हां दी फिर कदी साखी सुणावांगा भी वो किस तरह सिख बने सन। खैर इन्हां दे मन विच एक बारी लालसा आई कि चलो सतगुरां दा दर्शन कर। दोवें जने सतगुरां दा दर्शन करन वास्ते हजरत साहब नूं आए। उदों सिखां दा राज खत्म हो गया सी, अंग्रेज़ां दा राज समझो करीब करीब उदों शुरू हो गया सी, थोड़ा चिर होया सी। ਜਿਹੜੇ ਪੰਡਤ ਨੇ ਨਾ, ਕਿਉਂਕਿ ਆਗੂ ਇਹ ਹੁੰਦੇ ਸਨ, ਆਪ ਦੇ ਧਰਮ ਤੋਂ ਡਿੱਗ ਪਏ ਸਨ, ਧਰਮ ਨਹੀਂ ਸਨ ਕਰਦੇ ਤੇ ਲੋਕ ਉਹਨਾਂ ਦੀ ਮੁਖਾਲਫਤ ਕਰਦੇ ਹਨ ਤੇ ਔਖੇ ਉਹਨਾਂ ਦੇ ਹੁੰਦੇ ਹਨ ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕਰਮ ਤੋਂ ਡਿੱਗ ਪਏ ਆ ਤੇ ਅਸੀਂ ਆਪੇ ਸਮਝੋ ਬੇਇੱਜ਼ਤ ਹੋ ਜਾਣਾ ਕਿਸੇ ਦਾ। ਇਹਦੇ ਵਿੱਚ ਕੀ ਹੁਣ ਪੰਡਤ ਕਰਮ ਨਾ ਕਰਨ ਤੇ ਕੌਣ ਉਹਨਾਂ ਦੀ ਪੂਜਾ ਕਰੇ? ਬਦਮਾਸ਼ਾਂ ਦੀ ਤੇ ਪੂਜਾ ਥੋੜੀ ਹੋਣੀ ਹੈ, ਸਿਮਰਨ ਕਰਨ ਵਾਲਿਆਂ ਦੀ ਪੂਜਾ ਹੋਏਗੀ, ਨਮਸਕਾਰਾਂ ਤੇ ਉਹਨਾਂ ਨੂੰ ਹੁੰਦੀਆਂ ਨੇ। ਪਖੰਡੀਆਂ ਨੂੰ ਵੀ ਮੱਥੇ ਟੇਕਦੇ ਨੇ, ਪਰ ਥੋੜੇ ਚਿਰ ਬਾਅਦ ਪਾ ਜਿਹੜਾ
उस वक्त कुदरत महाराज की ये जिहड़े पंडित सन ना इन्हां दी पूजा घट गई हाजरो साहब च। पंडित आंदे ने ओए जम पिया रोड़ा लै आ भी कोई गल ओ वेली कदे सुनी आ गल है कि ओए कदे रोड़े भी गुरु होए ने। दूजा परमा कड़वांदा ओ तेनू छड्ड गल है दुनिया अन्नी है एक भेड़ चाल तुर पैंदे ने एक भेड़ खूह च डिगे दूजी भी डिगे गुरु करो कोई नहीं एवें लोकी मत्था टेकी जांदे ने। इहो जिहियां गल्लां आम चलदियां ने। इन्हां ने थानेदार एक नवां आया सी उत्थे बदल के ओनू जाके ना आख्या थोड़ी जी रिश्वत दे दिंदे आ। जिन्हें आख्या मेरे विच ते बाबा प्रताप सिंह जी दे विच फर्क की कि सतगुरु नहीं सन मनदे ते ओह बाबा ही कहंदे हन ठीक है माड़ी गल नहीं सी। आंदा मेरे विच ते बाबा प्रताप सिंह जी विच फर्क की है। आंदे ने मैं ही दसा। आंदे ने फर्क यह है भाई मैं श्रोमणी गुरुद्वारा प्रबंधक कमेटी का प्रेजिडेंट बनया वोटां नाल ते मेरे बरखलाफ ज्यादा वोटां पै सकदियां ने ते कल नूं मैं लै सकना ते होर हो सकदा है। ईशर सिंह मजैल रहा मोहन सिंह तुड़ रहा कई रह ने मैं डिग सकना क्योंकि मैं वोटां नाल बनया। पर बाबा जी वोटां नाल नहीं बने इन्हां नूं कोई डेग नहीं सकदा अपने आप ही। सो इस वास्ते मेरा मतलब सिर्फ कहने तो गुरु जिहड़ा हुंदा है ना वो इस तरह किसी नाल पखंड करके नहीं बनया जाता। जिहदा करैक्टर चंगा होएगा जिहदा आचरण चंगा होएगा जिहदे कोई गुण होएगा वो आप ही दुनिया उन्हां दे पिछे चली आएगी। समझी फुल ने कदे पौड़े नूं आख्या नहीं भी आ मेरे कोल पौड़ा आप ही आ जांदा। हर मेरा मतलब सिर्फ कहने तो पंडितां ने जाके थानेदार अगे शिकायत की कि महाराज जी ये बड़ा माड़ा बंदा है उधरों आउंदे ने ये पूजा लैंदा है उधरों बंदे आउंदे ने इधर करदे ने इहदा कोई बंदोबस्त करो। थानेदार ने उन्होंने पैसे दे छड्डे। वो आंदा फिकर ना करो मैं किसी नूं आउण ही नहीं देंदा इधर जिहड़ा आएगा उहनूं मैं फड़ के कैद करांगा। वो दरिया सिंध वाला पासा जिहड़ा सी उधर ते वो जिहड़ा पुल सी उहने बंद कर दिता। ये हुण तैयारी करदे ने राम सहाय ते धनी राम जी भी सतगुरां दा दर्शन कर। जदों दर्शन करन आए ते अगे वेख्या ते पुलां ते पैरे लगे होए। आंदे ने हुण कित्थे जाइए अखीर करदियां करदियां अटक दरिया वल चले। आंदे ने इत्थों दी लंघने आ। जदों दरिया अटक वालों दी लंघन लगे ना उत्थे भी पैरा लगा आ। जाना जरूर है अरदास की सच्चे पातशाह कृपा कर तेरे बगैर इत्थे किसी सहायता नहीं कर। आखिर वो आंदे ने कोई नहीं सतगुर पूरा है आप ही साड़ी मदद करेगा। जदों तुरे गए ना आगा तो जिहड़ा सिपाही पैर ते खलोता सी ना उन्हां वेख्या कि सिपाही दे अगे गुरु बालक सिंह जी खलोते हुए ने ते सिपाही नूं लभे ही नहीं असीं दोवे भी कदों लंघिया ते कदों नहीं। सिपाही दे अगे सतगुरु खलोते ने वो चुप करके लंघ गया उन्होंने पता भी नहीं लगा। जदों वो लंघ गया सतगुरु उसे तरफ फिर लोप हो गया। आखिर आ गया हजरत साहब आ सतगुरां दे चरनां ते नमस्कार की खुशियां लईयां ते उधरों उन्होंने वो बेवकूफ पंडितां ने भी जाके लालचियां ने फिर शिकायत कर दी। थानेदार ने पारों दो बंदे आए ने जिहड़े इस वक्त कोल बैठे। जदों इस तरह की गल हुई ना साईं जवाहर जी कोल बैठे सन गुरु बालक सिंह ते साईं जवाहर जी कहंदे ने सच्चे पातशाह ये ते बड़ी माड़ी गल है कि सिखां नूं दर्शन ना करन देण ते जे तुसीं हुक्म करो ते इहदा चौथा चुक दईए काम ही मुका दईए। पर सतगुरां दा वड्डा दिल असीं होछे जा हुंदे आ वो कहंदे नहीं इउं नहीं करना करते दी कीती विच फिर फर्क इस तरह नहीं करना। महाराज जी सिखां नूं दुख देंदे ने तुसां जरूरी साई जी इउं करना ते तुसीं इह कर दिओ भी उहनां नूं थानेदार आखे कुछ उहनां नूं कहे कुछ ना कहंदे सतगुर सतगुरां कोल बैठे सन उधर थानेदार ने बंदा भेज दिता जाओ उहनां नूं सद के लिओ। जिस वक्त दोवे राम साए ते धनी राम जी आ गए ते थानेदार को थाने आ गए ते साईं जवाहर जी ने उत्थे बैठे ही ना संगत भी बैठी हुई है ते साईं जवाहर जी ने ऐं कीता चुटकी नाल दो वारी। संगत सारी हैरान भी की कीता संतां ने संतां दे करतबां दा कोई पता नहीं लगता भी की करदे ने ते की अगे जाके करना। जदों इस तरह दो बारी कीता ना उन्हां दा मतलब की सी उत्थे बैठिया उन्हां थानेदार दी जुबान मल छड्डी ते जदों थानेदार दे कोल चले गए ना ते थानेदार भीतर भीतर वेखी जाए बोल ही नहीं सकिया उन्हां कोल। आंदे ने जी कादे वास्ते सद्या सजे बोले हुण कादे वास्ते पिछों दे काम ओहदा हो गया सी। सो मेरा मतलब सिर्फ कहण तो ये सी वो बोल नहीं सके। उन्होंने उस वक्त नमस्कार की वापस आ गए सतगुरां नूं फिर आके मत्था टेकिया। सच्चे पातशाह आंदे ने सुनाओ धनी राम जी सुनाओ राम साए जी क्या गल्लां बातां उत्थे होईयां। कहंदा सच्चे पातशाह एवें सानू तुसीं पुछी जांदे हो सारा कुछ तुसां इत्थे बैठे साई जी कोलों ही करा दे। एक पिंड सी जैदां दे नाल ओडे ओडियां दी एक माई सी धनवंती वो बीमार हो गई ते लोकी आखण इहनूं भूत ने चंबड़ गए ने
ਲੋਕੀ ਆਖਣ ਇਹਨੂੰ ਕੋਈ ਚੰਬੜਿਆ ਆ, ਉਹ ਬਿਮਾਰ ਬੜੇ ਡਾਕਟਰਾਂ ਕੋਲੋਂ ਟੂਣਿਆਂ ਵਾਲਿਆਂ ਕੋਲ ਗਏ, ਉਹਨੂੰ ਚੰਬੜਿਆ ਕੁਝ ਵੀ ਨਹੀਂ ਸੀ, ਹੈ ਨਹੀਂ ਸੀ। ਉਹ ਔਖੀ ਬੜੀ, ਕਿਸੇ ਨੇ ਮਖੌਲ ਕਰ ਦਿੱਤਾ, ਕਹਿੰਦੇ ਨੇ ਧਨੀ ਰਾਮ ਜਿਹੜਾ ਨਾ ਨਹੀਂ ਕਰਦਾ, ਜਾਓ ਉਹਦੇ ਕੋਲ ਜਾ ਕੇ ਭੂਤ ਨੇ ਕਢਾ ਲੈ। ਜਿਹਨੂੰ ਸਮਝੀ ਦੁੱਖ ਹੋਏ ਨਾ ਉਹ ਸਾਰੀ ਥਾਂ ਚਲਾ ਗਿਆ। ਉਹ ਫਿਰ ਧਨੀ ਰਾਮ ਜੀ ਕੋਲ ਗਈ। ਉਹ ਧਨਵੰਤੀ ਕਹਿੰਦੀ ਹੈ ਬਾਬਾ ਜੀ ਸੁਣਿਆ ਤੁਸੀਂ ਟੂਣੇ ਟਾਣੇ ਕਰਦੇ ਹੋ ਤੇ ਕਿਰਪਾ ਕਰੋ ਤੇ ਆ ਮੈਨੂੰ ਤਕਲੀਫ। ਉਹ ਕਹਿੰਦੇ ਨੇ ਬੀਬੀ ਤੈਨੂੰ ਕਿਸੇ ਨੇ ਐਵੇਂ ਹਾਸੀ ਕਰ ਛੱਡੀ ਆ, ਇਹ ਤੇ ਗੱਲ ਹੀ ਕੋਈ ਨਹੀਂ, ਮੈਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ, ਮੈਂ ਨਹੀਂ ਇਹ ਕੰਮ ਕਰਦਾ, ਨਾਲੇ ਤੈਨੂੰ ਕੁਝ ਵੀ ਨਹੀਂ, ਤੂੰ ਜਾ ਭਜਨ ਕਰ। ਜੂੰ ਖੜੇ ਪਈ ਭਾਈ ਸਾਧੂ ਜਿਹੜੇ ਹੁੰਦੇ ਨੇ ਫੇਰ ਸੰਜੀ ਨਰਮ ਸੁਭਾਅ ਮੰਨ ਜਾਂਦੇ। ਆਖਰ ਸੰਤਾਂ ਨੇ ਆਖਿਆ ਚੰਗਾ ਮਾਈ ਦੁੱਖ ਦੂਰ ਕਰਨਾ ਨਾ ਇਉਂ ਕਰ 7 ਦਿਨ ਸਤਿਗੁਰੂ ਬਾਲਕ ਸਿੰਘ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਤੇ ਰੋਜ਼ ਕੜਾਹ ਪ੍ਰਸ਼ਾਦ ਬਣਾ ਕੇ ਤੇ ਬੱਚਿਆਂ ਨੂੰ ਵੰਡਿਆ ਕਰ, ਸਿਆਣੇ ਨੂੰ ਨਾ ਦਿਆ ਕਰ, ਵੱਡਿਆਂ ਬਹੁਤਿਆਂ ਨੂੰ ਬੱਚਿਆਂ ਨੂੰ ਵੰਡਿਆ ਕਰ। ਜਿਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਭੈਣੀ ਸਾਹਿਬ ਜਾਂਦੇ ਹਨ ਤੇ ਬਦਾਮ ਬੱਚਿਆਂ ਨੂੰ ਦਿੰਦੇ ਹੁੰਦੇ ਸਨ। ਬੱਚਿਆਂ ਨੂੰ 7 ਦਿਨ ਵੰਡ। ਆਖਰ ਉਹ ਜਦੋਂ 7 ਦਿਨ ਕੜਾਹ ਪ੍ਰਸ਼ਾਦ ਕਰਕੇ ਵੰਡਿਆ ਬਿਲਕੁਲ ਨੰਬਰ 9 ਹੋ ਗਈ ਤੇ ਅਰੋਗ ਹੋ ਗਈ। ਉਹ ਬੜੀ ਉਹਨਾਂ ਦੀ ਸ਼ਰਧਾਲੂ ਬਣ ਗਈ। ਆਖਰ ਉਹਦੀ ਇੱਕ ਲੜਕੀ ਸੀ, ਅਜੇ ਧਨੀ ਰਾਮ ਜੀ ਵਿਆਹ ਹੋਏ ਨਹੀਂ ਸਨ, ਉਸਨੇ ਆਪਣੀ ਲੜਕੀ ਦਾ ਰਿਸ਼ਤਾ ਧਨੀ ਰਾਮ ਨਾਲ ਕਰ ਦਿੱਤਾ। ਉਹਦੇ ਜਿਹੜੇ ਸਨ ਰਿਸ਼ਤੇਦਾਰ ਉਹਨਾਂ ਬੜੀ ਮੁਖਾਲਫਤ ਕੀਤੀ, ਇਹਦਾ ਰਿਸ਼ਤਾ ਨਹੀਂ ਅਸਾਂ ਕਰਨ ਦੇਣਾ, ਇਹ ਨਹੀਂ ਕਰਨਾ, ਇਸ ਗਲਤ ਕੰਮ ਕੀਤਾ। ਪਰ ਸਤਿਗੁਰੂ ਬਾਲਕ ਸਿੰਘ ਜੀ ਉਹਦੀ ਮਦਦ ਤੇ ਆ ਗਿਆ, ਕਹਿੰਦੇ ਨੇ ਇਹਦੇ ਨਾਲ ਇਹਦਾ ਹੀ ਰਿਸ਼ਤਾ ਹੋਏਗਾ ਤੇ ਜਿਹਦੀ ਸਤਿਗੁਰੂ ਮਦਦ ਕਰੇ ਫਿਰ ਕਿਉਂ ਨਾ ਉਹਦਾ ਰਿਸ਼ਤਾ ਉਹਦੇ ਨਾਲ। ਸੋ ਉਹ ਧਨੀ ਰਾਮ ਜੀ ਗੁਰੂ ਬਾਲਕ ਸਿੰਘ ਜੀ ਸੱਚੇ ਸੁੱਚੇ ਸਿੱਖ ਸਨ। ਉਹ 41 ਸਾਲ ਗੁਰੂ ਬਾਲਕ ਸਿੰਘ ਤੋਂ ਬਾਅਦ ਜਿੰਦਾ ਰਹੇ ਨੇ ਤੇ ਸਤਿਗੁਰਾਂ ਦਾ ਪ੍ਰਚਾਰ ਕਰਦੇ ਰਹੇ ਨੇ। ਇੰਨੇ ਕੁ ਲਫ਼ਜ਼ਾਂ ਨਾਲ ਮੈਂ ਖਿਮਾ ਮੰਗਦਾ। ਸਤਿ ਸ੍ਰੀ